ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਰੀਤ ਕੌਰ ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਸਾਡੇ ਚੈਨਲ ਵਿੱਚ, ਜਿਹਦਾ ਨਾਮ ਹੈ ਟਵਿਸਟਡ ਵਾਇਰ। ਜਦੋਂ ਮੈਂ ਹਮੇਸ਼ਾ ਕਹਿੰਦੀ ਹਾਂ ਨਾ ਆਪਣੇ ਚੈਨਲ ਵਿੱਚ ਅਸੀਂ ਜਿੱਤਾਂਗੇ ਜ਼ਰੂਰ, ਹੌਸਲੇ ਬੁਲੰਦ ਰੱਖਿਓ, ਉਹਦਾ ਰੀਜ਼ਨ ਹੁੰਦਾ ਜੀ। ਅੱਜ ਤੁਹਾਨੂੰ ਤੁਹਾਡੀ ਮੁਲਾਕਾਤ ਕਰਾ ਰਹੀ ਹਾਂ ਉਹ ਸ਼ਖਸੀਅਤ ਨਾਲ ਜਿਹੜੇ ਕਿਸੇ ਵੀ ਇੰਟਰੋਡਕਸ਼ਨ ਦੇ ਮੁਹਤਾਜ ਨਹੀਂ ਹੈਗੇ। ਮੈਂ ਕੈਮਰਾਮੈਨ ਨੂੰ ਰਿਕੁਐਸਟ ਕਰਾਂਗੀ ਇੱਕ ਵਾਰ ਉਹਨਾਂ ਨੂੰ ਫਰੇਮ ਵਿੱਚ ਲਾਉਂਗੇ ਜੀ। ਹਾਂਜੀ, ਸਿਧਾਰਥ ਸਾਹਿਬ ਸਾਡੇ ਕਿਸਾਨ ਨੇਤਾ ਹੈਗੇ ਨੇ, ਇਹਨਾਂ ਦੇ ਪਿੱਛੇ ਲੱਗ ਰਹੇ ਆ, ਜਿਹੜੀ ਆਵਾਜ਼ ਦਿੰਦੇ ਨੇ ਜਿੱਥੇ ਦਿੰਦੇ ਨੇ ਅਸੀਂ ਖੜ ਜਾਂਦੇ ਹਾਂ। ਸੋ ਮੈਂ ਜ਼ਿਆਦਾ ਨਹੀਂ ਬੋਲਦੀ, ਇਹਨਾਂ ਨਾਲੋਂ ਪੁੱਛਦੇ ਹਾਂ। ਸਤਿ ਸ਼੍ਰੀ ਅਕਾਲ ਸਰ। ਜੀ ਸਤਿ ਸ੍ਰੀ ਅਕਾਲ। ਸਰ ਸਭ ਤੋਂ ਪਹਿਲਾ ਕੁਐਸਚਨ ਉਹੀ ਹੈ ਜਿਹੜਾ ਬਹੁਤ ਆਬਵੀਅਸ ਹੈ ਕਿ ਕੱਲ ਸੁਪਰੀਮ ਕੋਰਟ ਨੇ ਇੱਕ ਵਰਡਿਕਟ ਦਿੱਤਾ, 4 ਮੈਂਬਰੀ ਕਮੇਟੀ ਬਣਾਤੀ ਜੀ। ਅਸੀਂ ਤਾਂ ਯੂਥ ਜਿਹੜਾ ਆ ਉਹ ਤਾਂ ਤੁਹਾਡੇ ਵੱਲ ਦੇਖ ਰਿਹਾ ਕਿ ਹੁਣ ਅੱਗੇ ਕੀ ਹੋਏਗਾ, ਕੀ ਕਹਿਣਾ ਚਾਹੋਗੇ ਸਰ? ਮੈਂ ਪੰਜਾਬ ਵਾਲਿਆਂ ਵੱਲ ਦੇਖ ਰਿਹਾ ਵੀ ਉਹ ਪੰਜਾਬ ਵਾਲੇ ਕੀ ਕਰਦੇ ਨੇ, ਤੇ ਹੁਣ ਮੈਨੂੰ ਕੋਈ ਰਸਤਾ ਲੱਭ ਨਹੀਂ ਰਿਹਾ। ਅੱਛਾ ਜੀ। ਤੇ ਅੱਜ ਵੀ ਮੀਟਿੰਗ ਹੋਈ ਸੀ, ਪਰ ਉਹ ਫਿਰ ਘੋਲ ਮੋਲ ਕੇ ਗੱਲ ਫਿਰ ਉੱਥੇ ਦੀ ਉੱਥੇ ਹੀ ਹੈ। ਅੱਛਾ ਜੀ। ਤੇ ਕੋਈ ਪਾਰਦਰਸ਼ੀ ਫੈਸਲਾ ਜਿਵੇਂ ਹੋਣਾ ਚਾਹੀਦਾ ਹੈ ਵੀ ਸਾਡਾ ਨਿਸ਼ਾਨਾ ਵੀ ਅਸੀਂ ਇਹ ਕਰਨਾ ਹੈ, ਅੱਛਾ ਜੀ। ਉਹ ਸਾਡਾ ਨਿਸ਼ਾਨਾ ਤੈਅ ਨਹੀਂ ਹੋ ਰਿਹਾ। ਅੱਛਾ ਜੀ। ਤੇ ਜਦ ਤੱਕ ਉਹ ਨਿਸ਼ਾਨਾ ਤੈਅ ਨਹੀਂ ਹੁੰਦਾ, ਜਦ ਤੱਕ ਅਸੀਂ ਸਾਡਾ ਅੰਦੋਲਨ ਜਿਹੜਾ ਹੈ ਉਹ ਮਤਲਬ ਜਿਵੇਂ ਬੈਠੇ 1.5 ਮਹੀਨੇ ਤੋਂ 50 ਦਿਨਾਂ ਤੋਂ ਬੈਠੇ ਹਾਂ, ਜੀ। ਹੁਣ ਕਿੰਨੇ ਦਿਨ ਹੋਰ ਬੈਠਾਂਗੇ ਨਹੀਂ ਪਤਾ। ਨਿਸ਼ਾਨਾ ਸਾਡਾ ਜਦ ਤੱਕ ਕੋਈ ਤੈਅ ਨਹੀਂ ਹੁੰਦਾ, ਜਦ ਤੱਕ ਮੈਨੂੰ ਨਹੀਂ ਲੱਗਦਾ ਕਿ ਸਰਕਾਰ ਇਸ ਤੋਂ ਅੱਗੇ ਕੁਛ ਹੱਲੇਗੀ। ਅੱਛਾ ਜੀ। ਇਸ ਤੋਂ ਅੱਗੇ ਕੁਛ ਹੱਲੇਗੀ। ਮਤਲਬ ਉਹ ਸਰਕਾਰ ਵੀ ਘੁਮਾ ਰਹੀ ਹੈ, ਅਸੀਂ ਵੀ ਘੁੰਮ ਰਹੇ ਹਾਂ ਵੀ ਚਲੋ ਉਂਝ ਮਤਲਬ ਵੱਧ ਰਿਹਾ। ਲੋਕਾਂ ਦੀ ਕਮੀ ਕੋਈ ਨਹੀਂ, ਲੋਕ ਜਿਹੜਾ ਹੈ ਉਹ ਜੁੜ ਰਹੇ ਹੈ। ਜਿੰਨਾ ਸਾਨੂੰ ਉਮੀਦ ਸੀ ਵੀ ਇੱਦਾਂ ਦਿਨ ਬੈਠਾਂਗੇ ਤਾਂ ਸ਼ਾਇਦ ਲੋਕ ਤੰਗ ਹੋ ਜਾਣਗੇ, ਪਰੇਸ਼ਾਨ ਹੋ ਜਾਣਗੇ, ਪਰ ਇਹ ਮਾਲਕ ਦੀ ਬਖਸ਼ਿਸ਼ ਹੈ ਕਿ ਲੋਕ ਵੱਧ ਰਹੇ ਹੈ। ਰਾਈਟ। ਐਂਡ ਸਰ ਜਿਹੜਾ ਇਹ ਮਤਲਬ ਅਸੀਂ ਸੁਪਰੀਮ ਕੋਰਟ, ਜਦੋਂ ਸਾਨੂੰ ਪਤਾ ਲੱਗਿਆ ਵੀ ਸੁਪਰੀਮ ਕੋਰਟ 'ਚ ਚਲਾ ਗਿਆ ਹੈ ਫੈਸਲਾ ਜਾਂ ਉਧਰੋਂ ਕੋਈ ਵਰਡਿਕਟ ਆਏਗਾ, ਤਾਂ ਅਸੀਂ ਕੁਝ ਬਹੁਤ ਫੇਵਰੇਬਲ ਦੀ ਉਮੀਦ ਕਰ ਰਹੇ ਸੀ, ਪਰ ਜੋ ਹੋਇਆ ਉਹ ਇੰਜ ਲੱਗਿਆ ਜਿਵੇਂ ਪਿੱਠ 'ਚ ਖੰਜਰ ਖੋਪਿਆ ਹੈ। ਤੁਸੀਂ ਕੀ ਕਹਿਣਾ ਚਾਹੋਗੇ? ਨਹੀਂ, ਤੁਸੀਂ ਸ਼ਾਇਦ ਆਪਣੇ ਨਜ਼ਰ ਤੋਂ ਉਮੀਦ ਕਰ ਰਹੇ ਹੋ। ਅਸੀਂ ਤੇ ਪਹਿਲੇ ਦਿਨ ਤੋਂ ਕਹਿ ਰਹੇ ਸੀ ਵੀ ਇਹ ષਡਯੰਤਰ ਨਿਕਲੇਗਾ। ਸੁਪਰੀਮ ਕੋਰਟ ਸਟੇ ਕਰੇਗਾ, ਸਟੇ ਕਰਨ ਤੋਂ ਬਾਅਦ ਕਮੇਟੀ ਬਣਾਏਗਾ, ਅਸੀਂ ਉਹਨੂੰ ਨਾਮਨਜ਼ੂਰ ਕਰਾਂਗੇ। ਇਹ ਸਾਨੂੰ ਪਹਿਲਾਂ ਤੋਂ ਪਤਾ ਸੀ, ਸਾਨੂੰ ਪਹਿਲਾਂ ਤੋਂ ਅੰਦਾਜ਼ਾ ਹੈ ਸੀ। ਕਿਉਂਕਿ ਸੁਪਰੀਮ ਕੋਰਟ 'ਚ ਜਾਣ ਦਾ ਜਦੋਂ ਅਸੀਂ ਨਹੀਂ ਗਏ, ਜਿਹੜੇ ਪ੍ਰਭਾਵਿਤ ਉਹ ਨਹੀਂ ਗਏ, ਤੇ ਕੋਈ ਬੰਦਾ ਸੁਪਰੀਮ ਕੋਰਟ ਜਾਏ ਉਹਦੀ ਢਿੱਡ ਪੀੜ ਹੈ। ਕੋਈ ਕਿਉਂ ਗਿਆ? ਜਿਹੜਾ ਕੋਈ ਗਿਆ ਉਹ ਸਾਨੂੰ ਇਹ ਵੀ ਹੋ ਸਕਦਾ ਸਰਕਾਰ ਨੇ ਕਰਵਾਇਆ ਹੋਵੇ, ਕਿਉਂਕਿ ਸਰਕਾਰ ਵੀ ਵਿਕਲਪ ਰੱਖਦੀ ਹੈ ਵੀ ਇਹ ਪਲਾਨ ਕਾਮਯਾਬ ਨਹੀਂ ਹੁੰਦਾ ਤੇ 20 ਪਲਾਨ ਤਿਆਰ ਰੱਖੀਏ। ਠੀਕ ਹੈ ਨਾ। ਜੇ ਸਰਕਾਰ ਨਾਲ ਗੱਲਬਾਤ ਟੁੱਟਦੀ ਹੈ, ਸਰਕਾਰ ਨਾਲ ਗੱਲਬਾਤ ਕਾਮਯਾਬ ਨਹੀਂ ਹੁੰਦੀ, ਤੇ ਕੋਰਟ ਦੇ ਮਾਧਿਅਮ ਤੋਂ ਕਰਾਈਏ। ਤੇ ਇਹ ਉਹ ષਡਯੰਤਰ ਲੱਗ ਰਿਹਾ। ਹੁਣ ਤੁਸੀਂ ਦੇਖੋ ਇਹਦੇ ਜਿਹੜੇ 4 ਮੈਂਬਰ ਪਾਏ ਗਏ ਨੇ, ਉਹ 4 ਮੈਂਬਰ ਪਹਿਲਾਂ ਤੋਂ ਲੈ ਕੇ ਇਸ ਕਾਨੂੰਨ ਦੇ ਪੱਖ 'ਚ ਨੇ। ਇਹ ਲੜਾਈ ਮੇਰੀ 20 ਸਾਲ ਪਹਿਲਾਂ ਹੋ ਚੁੱਕੀ ਹੈ। 20 ਸਾਲ ਪਹਿਲਾਂ ਜਿਹੜਾ ਸਰਦ ਜੋਸ਼ੀ ਸੀ, ਜਿਹੜੇ ਦੇ ਅੱਜ ਇਹ ਚੇਲੇ ਨੇ, ਭੁਪਿੰਦਰ ਮਾਨ ਤੇ ਇੱਕ ਹੋਰ ਉਹ ਜਿਹਨੇ ਸ਼ੇਤਕਾਰੀ ਸੰਗਠਨ ਬਣਾਇਆ ਮਹਾਰਾਸ਼ਟਰ ਦਾ ਹੈ, ਜਿਹੜੇ ਇਸ ਕਮੇਟੀ ਦੋਵੇਂ ਪਾਏ ਗਏ ਨੇ। ਇਹ ਜਦੋਂ WTO ਲਾਗੂ ਹੋਇਆ ਹੈ ਵਾਜਪੇਈ ਦੀ ਸਰਕਾਰ ਦੇ ਵਿੱਚ, ਉਦੋਂ ਇਹ ਸਰਦ ਜੋਸ਼ੀ ਇਹ ਜਿਹੜਾ ਹੈ ਇਸ ਗੱਲ ਦੇ ਨੇ ਬੜਾ ਪ੍ਰਚਾਰ ਕੀਤਾ, ਜਗ੍ਹਾ ਜਗ੍ਹਾ ਸੈਮੀਨਾਰ ਕੀਤੇ ਕਿ WTO ਨਾਲ ਬੜਾ ਫਾਇਦਾ ਹੋਏਗਾ, ਜਿਹਦਾ ਅੱਜ ਅਸੀਂ ਦੁੱਖ ਭੁਗਤ ਰਹੇ ਹਾਂ ਕਿ WTO ਦਾ ਬੜਾ ਫਾਇਦਾ ਹੋਏਗਾ। ਤੇ ਅਸੀਂ ਇਹ ਕਹਿ ਰਹੇ ਸੀ ਵੀ ਸਾਨੂੰ ਸਮਝਾ ਦਿਓ ਫਾਇਦਾ ਕਿਵੇਂ ਹੋਏਗਾ। ਬਸ ਗੱਲ ਉਹੀ ਸੀ ਜਿਵੇਂ ਅੱਜ ਹੋ ਰਹੀ ਹੈ। ਕਹਿੰਦੇ ਕਿਸਾਨਾਂ ਦਾ ਬੜਾ ਫਾਇਦਾ ਹੋਏਗਾ। ਫਾਇਦਾ ਕਿਵੇਂ ਹੋਏਗਾ? ਮੈਂ ਉਹਨਾਂ ਨੂੰ ਇਹ ਸਵਾਲ ਕੀਤਾ ਸੀ ਵੀ ਸਾਡਾ 2 ਤਰ੍ਹਾਂ ਫਾਇਦਾ ਹੋ ਸਕਦਾ ਹੈ। ਸਾਡੇ ਉਤਪਾਦਨ ਲਾਗਤ ਘੱਟ ਹੋਏਗੀ, ਜਾਂ ਸਾਡੀ ਜਿਹੜਾ ਉਤਪਾਦਨ ਦਾ ਜਿਹੜਾ ਰੇਟ ਆ ਉਹ ਜ਼ਿਆਦਾ ਮਿਲੇਗਾ। ਜੇ ਇਹਨਾਂ ਦੋਵਾਂ ਕੰਮਾਂ 'ਚੋਂ ਕੋਈ ਹੋ ਸਕਦਾ ਤਾਂ ਸਾਨੂੰ ਦੱਸੋ, ਨਹੀਂ ਤਾਂ ਤੀਜੀ ਚੀਜ਼ ਸਾਡੀ ਸਮਝ ਨਹੀਂ ਆਉਂਦੀ। ਉਹਨਾਂ ਕੋਲ ਕੋਈ ਜਵਾਬ ਨਹੀਂ ਹੈ। ਮੈਂ 10 ਵਾਰੀ ਸਵਾਲ ਕੀਤਾ, ਮੇਰੀ ਉਸ ਟਾਈਮ ਬਗਾਵਤ ਹੋ ਗਈ ਸੀ। ਉਸ ਟਾਈਮ ਮੈਂ ਜ਼ਿਲ੍ਹਾ ਪ੍ਰਧਾਨ ਸੀ। ਉਸ ਟਾਈਮ ਇਹਨਾਂ ਤੋਂ ਵੱਖਰਾ ਹੋ ਗਿਆ ਸੀ। ਮੈਂ ਕਿਹਾ ਸਾਡੀ ਤੁਹਾਡੇ ਨਾਲ ਪੜਤਾ ਨਹੀਂ ਖਾਂਦੀ, ਤੁਹਾਡੇ ਪਿੱਛੇ ਕੁਝ ਹੋਰ ਹੈ। ਕਿਉਂਕਿ ਐਕਚੁਅਲੀ ਮੇਰਾ ਰਿਕਾਰਡਡ ਨਹੀਂ ਹੈ ਕੁਛ, ਮੈਂ ਕੁਛ ਰਿਕਾਰਡਡ ਦੱਸ ਨਹੀਂ ਸਕਦਾ, ਪਰ ਜਿਵੇਂ ਕਿਸੇ ਦੀ ਗੱਲ ਚੱਲਦੀ ਹੈ ਤਾਂ ਗੁਪਤ ਸੂਤਰਾਂ ਦਾ ਪਤਾ ਲੱਗਦਾ ਹੈ। ਪਤਾ ਲੱਗਿਆ ਵੀ ਇਹ ਕਿਸੇ ਵਿਦੇਸ਼ ਦਾ ਏਜੰਟ ਹੈ, ਸਰਦ ਜੋਸ਼ੀ ਉਸ ਟਾਈਮ ਦਾ। ਤੇ ਜਦੋਂ ਇਹ ਚੀਜ਼ ਸਾਹਮਣੇ ਆਈ, ਉਹਨੇ ਕਿਹਾ ਵੀ WTO ਠੀਕ ਹੈ, ਸਾਨੂੰ ਲੱਗ ਰਿਹਾ ਵੀ WTO ਠੀਕ ਨਹੀਂ ਹੈ। ਤੇ ਉਸ ਟਾਈਮ ਸਾਡੇ ਦਿਮਾਗ 'ਚ ਬੈਠੀ ਵੀ ਇਹ ਕਿਤੇ ਅੰਤਰਰਾਸ਼ਟਰੀ ਚਾਲ ਸਾਡੇ ਸਾਹਮਣੇ ਆ ਗਈ। ਅੱਛਾ ਜੀ। ਠੀਕ ਹੈ। ਤੇ ਉਹਦਾ ਅੱਜ ਰਿਜ਼ਲਟ ਭੁਗਤ ਰਿਹਾ, ਕਿਉਂਕਿ ਉਸ WTO ਦੇ ਵਿੱਚ ਜਿਹੜੀ ਸ਼ਰਤ ਹੈ, ਉਹਦੇ 'ਚ ਪਹਿਲੀ ਸ਼ਰਤ ਹੀ ਇਹ ਹੈ ਕਿ ਕਿਸੇ ਦੇਸ਼ ਦੀ ਸਰਕਾਰ ਆਪਣੇ ਦੇਸ਼ ਦੇ ਕਿਸਾਨ ਨੂੰ ਵਰਲਡ ਮਾਰਕੀਟ ਤੋਂ ਜ਼ਿਆਦਾ ਰੇਟ ਨਹੀਂ ਦੇ ਸਕਦੀ।
ਉਸੇ ਚੀਜ਼ ਨੂੰ ਸਰਕਾਰ ਨੂੰ ਭੱਜ ਰਹੀ ਹੈ ਜੀ ਕਿ ਕੋਈ ਕਿਤੇ ਤੁਸੀਂ ਵੇਚੋ ਕਿਤੋਂ, ਕੋਈ ਤੁਹਾਡੇ ਤੋਂ ਖਰੀਦੇ ਤੇ ਸਰਕਾਰ ਵਿੱਚੋਂ ਬਾਹਰ, ਤੇ ਵਰਲਡ ਮਾਰਕੀਟ ਦੇ ਰੇਟ ਤੇ ਹਿੰਦੁਸਤਾਨ ਚ ਆਏਗਾ। ਜੇ ਮੱਕਾ ਇੱਥੇ ਜ਼ਿਆਦਾ ਹੈ ਤੇ ਇੱਥੇ ਘੱਟ ਹੈ, ਰੇਟ ਜ਼ਿਆਦਾ ਹੈ, ਤੇ ਅਮਰੀਕਾ ਤੋਂ ਆ ਗਿਆ, ਠੀਕ ਹੈ ਨਾ। ਜੀ ਤੇ ਉਸ ਚੀਜ਼ ਤੇ ਆ ਕੇ ਅੱਜ ਅਸੀਂ ਖਲੋਗੇ। ਉਹ ਜਿਹੜਾ 20 ਸਾਲ ਪਹਿਲਾਂ ਜਿਹੜਾ ਸਾਡੀ ਪੀਠੇ ਛੁਰਾ ਲੱਗਿਆ ਸੀ ਨਾ, ਜੀ ਤੇ ਜਿਹੜਾ ਸਰਦ ਜੋਸ਼ੀ ਨੇ ਮਾਰਿਆ ਸੀ, ਜੀ ਤੇ ਸਰਦ ਜੋਸ਼ੀ ਨੂੰ ਉਹਦੇ ਬਦਲੇ ਬੀਜੇਪੀ ਨੇ, ਵਾਜਪੇਈ ਨੇ ਜੀ ਕਿਸਾਨ ਟਾਸਕ ਫੋਰਸ ਬਣਾ ਕੇ ਤੇ ਉਹਦਾ ਚੇਅਰਮੈਨ ਬਣਾਇਆ ਸੀ ਸੈਂਟਰ ਦਾ। ਜੀ ਹਾਲਾਂਕਿ ਕਿਸਾਨ ਟਾਸਕ ਫੋਰਸ ਕੋਈ ਸੰਸਥਾ ਨਹੀਂ ਸੀ, ਜੀ ਨਵੀਂ ਖੜ ਕਰਕੇ ਉਹਦਾ ਚੇਅਰਮੈਨ ਬਣਾ ਕੇ ਕੈਬਨਿਟ ਮੰਤਰੀ ਦੀ ਪਾਵਰ ਦਿੱਤੀ ਗਈ ਸੀ। ਜੀ ਅੱਜ ਉਹਨਾਂ ਨੂੰ ਇਸ ਕਮੇਟੀ 'ਚ ਦਾ ਉਹਨਾਂ ਨੂੰ ਮੈਂਬਰ ਬਣਾਤਾ ਹੈ। ਜੀ ਸਰ, ਇੱਕ ਹੋਰ ਸਵਾਲ ਹੈ। ਜਿਵੇਂ ਜਦੋਂ ਅਸੀਂ ਇੱਥੇ ਆਨੇ ਆ, ਕੁਝ ਲੋਕ ਇਹ ਗੱਲ ਕਹਿੰਦੇ ਆ ਕਿ ਇਹ ਸਿਰਫ ਕਿਸਾਨ ਦੀ ਲੜਾਈ ਹੈ, ਕੁਝ ਲੋਕ ਇਹ ਕਹਿੰਦੇ ਆ ਕਿ ਇਹ ਅਗਰ ਇੱਕ ਬਿੱਲ ਆਂਦੇ ਆ ਤਾਂ ਇਹ ਹਰ ਆਮ ਇਨਸਾਨ ਨੂੰ ਇਸ ਤੇ ਫਰਕ ਪਏਗਾ। ਤੁਹਾਡਾ ਟੇਕ ਕੀ ਹੈ ਸਰ ਇਸ ਗੱਲ ਤੇ? ਇਹ ਤੇ ਬੜੀ ਸਿੰਪਲ ਜੀ ਗੱਲ ਹੈ। ਇਹ ਐਗਰੀਕਲਚਰ ਕਾਨੂੰਨ ਨਹੀਂ ਹੈ, ਇਹ ਖੇਤੀ ਕਾਨੂੰਨ ਨਹੀਂ ਹੈ। ਅਸੀਂ ਇਹਨਾਂ ਨੂੰ ਖੇਤੀ ਕਾਨੂੰਨ ਗਲਤ ਕਹਿ ਰਹੇ ਹਾਂ। ਜੀ ਇਹ ਐਗਰੋ ਬਿਜ਼ਨਸ ਕਾਨੂੰਨ ਹੈ, ਜੀ ਠੀਕ ਹੈ। ਤੇ ਐਗਰੋ ਬਿਜ਼ਨਸ ਕਾਨੂੰਨ ਦਾ ਮਤਲਬ ਇਹ ਹੈ, ਇਹਨਾਂ ਦਾ ਨਿਚੋੜ ਕੀ ਨਿਕਲਣਾ ਹੈ। ਪਹਿਲੀ ਗੱਲ ਤਾਂ ਮੈਂ ਤੁਹਾਨੂੰ ਮੈਂ ਕਹਿਣਾ ਚਾਹਾਂਗਾ ਕਿ ਰੋਟੀ ਜਿਹੜੀ ਉਹ ਵਪਾਰ ਨਹੀਂ ਹੁੰਦੀ। ਜੀ ਬਿਲਕੁਲ ਰੋਟੀ ਢਿੱਡ ਭਰਨ ਦਾ ਸੌਦਾ ਹੁੰਦੀ ਹੈ, ਬਿਲਕੁਲ ਤੇ ਖਾਣਾ ਜਿਹੜਾ ਉਹ ਕੀੜੇ ਮਕੌੜੇ ਤੋਂ ਲੈ ਕੇ ਹਰ ਜਾਨਵਰ ਨੂੰ ਚਾਹੀਦਾ, ਜੀ ਹਰ ਜੀ ਨੂੰ ਖਾਣਾ ਚਾਹੀਦਾ। ਜੀ ਤੇ ਇਹ ਹੈ ਖੇਤੀ ਐਗਰੋ ਬਿਜ਼ਨਸ। ਜੀ ਐਗਰੋ ਬਿਜ਼ਨਸ ਦਾ ਮਤਲਬ ਇਹ ਹੈ ਬਈ ਇਹਦਾ ਨਿਚੋੜ ਜਿਹੜਾ ਨਿਕਲਣਾ ਹੈ, ਬਈ ਜਿਹੜਾ ਪੈਸੇ ਵਾਲਾ ਹੈ ਉਹ ਜ਼ਿਆਦਾ ਮਾਲ ਖਰੀਦ ਕੇ ਰੱਖ ਲੇ। ਜੀ ਹੁਣ ਸਾਡੇ ਦੇਸ਼ ਦੇ ਵਿੱਚ ਇਹ ਪੋਜੀਸ਼ਨ ਹੈ ਵੀ ਇੱਕ ਬੰਦਾ ਸਾਰੇ ਦੇਸ਼ ਦੇ ਆਲੂ ਖਰੀਦ ਕੇ ਰੱਖ ਸਕਦਾ ਹੈ। ਜੀ ਜੇ ਉਹ ਸਾਰੇ ਦੇਸ਼ ਦੇ ਆਲੂ ਖਰੀਦ ਕੇ ਰੱਖ ਲੇ, ਫਿਰ ਭਾਵੇਂ ਆਲੂ ਮਾਰਕੀਟ 'ਚ ਭੇਜੇ ਭਾਵੇਂ ਨਾ ਭੇਜੋ, ਉਹਦੀ ਮਰਜ਼ੀ। ਇੱਕ ਬੰਦਾ ਸਾਰੇ ਦੇਸ਼ ਦੀ ਕਣਕ ਖਰੀਦ ਕੇ ਰੱਖ ਸਕਦਾ ਹੈ। ਜੇ ਉਹ ਰੱਖ ਲੇ ਤੇ ਫਿਰ ਉਹ ਸਾਰਾ ਦੇਸ਼ ਨੇ ਉਹਦੇ ਕੋਲੋਂ ਖਰੀਦਣੀ ਹੈ, ਤੇ ਫਿਰ ਉਹ ਦੇਸ਼ ਨੂੰ ਵੇਚੇ ਤੇ ਭਾਵੇਂ ਨਾ ਵੇਚੇ, ਤੇ ਉਹ ਫਿਰ ਜ਼ਿਆਦਾ ਰੇਟ ਤੇ ਵੇਚੇ। ਹੋ ਸਕਦਾ ਕੱਲ੍ਹ ਨੂੰ ਸਾਨੂੰ 60 ਰੁਪਏ ਕਿਲੋ ਆਟਾ ਲੈ ਕੇ ਖਾਣਾ ਪਵੇ। ਜੀ ਸਾਡੇ ਦੇਸ਼ ਦੀ ਜਿਹੜੀ ਜਨਤਾ ਹੈ ਉਹ ਅਮੀਰ ਜਨਤਾ ਨਹੀਂ ਹੈ। ਬੜੀ ਗੱਲ ਜੀ ਜੀ ਬਈ ਅਸੀਂ ਕਹਿ ਰਹੇ ਹਾਂ ਕਿ ਵਰਲਡ ਮਾਰਕੀਟ ਦਾ ਮੁਕਾਬਲਾ ਕਰੀਏ। ਹੁਣ ਵਰਲਡ ਮਾਰਕੀਟ ਦਾ ਅਮਰੀਕਾ ਨੂੰ ਤੁਸੀਂ ਲਓ। ਅਮਰੀਕਾ ਦਾ ਬੱਚਾ ਪੈਦਾ ਹੋਣ ਤੋਂ ਲੈ ਕੇ ਸਾਰੀ ਉਮਰ ਦੇ ਖਰਚੇ, ਜਿੰਦਾ ਰਹਿਣ ਦੇ ਖਰਚੇ ਸਰਕਾਰ ਦੇ ਨੇ। ਜੀ ਬਿਲਕੁਲ। ਤੇ ਹਿੰਦੁਸਤਾਨ ਦੇ ਵਿੱਚ ਇੱਕ ਵੀ ਖਰਚਾ ਸਰਕਾਰ ਦਾ ਨਹੀਂ ਹੈ। ਤੁਸੀਂ ਦੇਖੋ ਇੱਥੇ ਕਿੰਨੇ ਲੋਕ ਬਿਮਾਰੀ ਨਾਲ ਮਰ ਰਹੇ ਨੇ, ਕੋਈ ਹੈ ਬਚਾਉਣ ਵਾਲਾ? ਇੱਥੇ 45% ਬੱਚੇ ਅੱਜ ਕੁਪੋਸ਼ਣ ਦਾ ਸ਼ਿਕਾਰ ਨੇ। ਇੱਥੇ ਭੁੱਖਮਰੀ 'ਚ ਅੱਜ 94ਵੇਂ ਸਥਾਨ ਤੇ ਹੈ ਸਾਡਾ ਦੇਸ਼। ਤੇ ਸਾਡਾ ਦੇਸ਼ ਖਾਣ ਦੀ ਚੀਜ਼ ਦੀ ਮਹਿੰਗਾਈ ਬਰਦਾਸ਼ਤ ਨਹੀਂ ਕਰ ਸਕਦਾ। ਮਰ ਜੇ ਕਰੋੜਾਂ ਬੰਦਾ ਭੁੱਖਮਰੀ ਦਾ ਸ਼ਿਕਾਰ ਇੱਥੇ ਹੋਏਗਾ। ਇਹ ਦੇਸ਼ ਕਿਸਾਨਾਂ ਦਾ ਮੈਟਰ ਨਹੀਂ ਹੈ, ਇਹ ਤੇ ਕਿਸਾਨਾਂ ਤੋਂ ਕਿਤੇ ਜ਼ਿਆਦਾ ਮੈਟਰ ਹੈ ਖਾਣ ਵਾਲਿਆਂ ਦਾ। ਪਤਾ ਨਹੀਂ ਇਹਨਾਂ ਲੋਕਾਂ ਨੂੰ ਗਰੀਬਾਂ ਤੇ ਮਾੜਿਆਂ ਤੇ ਤਰਸ ਕਿਉਂ ਨਹੀਂ ਆ ਰਿਹਾ, ਤੇ ਉਹ ਮਾੜੇ ਉਹ ਗਰੀਬ ਕਿਉਂ ਨਹੀਂ ਲੱਗ ਰਹੇ। ਤੇ ਮੈਂ ਇਹਨੂੰ ਕਹਿੰਦਾ ਇਹ ਅੰਦੋਲਨ ਨਹੀਂ ਹੈ, ਇਹ ਉਸ ਮਾਲਕ ਦਾ ਸੰਦੇਸ਼ ਹੈ। ਇਹ ਸਾਡਾ ਕਿੱਤਾ ਨਹੀਂ ਹੈ। ਸਾਡੀ ਕੀ ਔਕਾਤ ਹੈ ਅੰਦੋਲਨ ਖੜਾ ਕਰਨ ਦੀ? ਸਾਡਾ ਕਿੱਤਾ ਨਹੀਂ ਹੈ, ਉਸ ਮਾਲਕ ਦਾ ਸੰਦੇਸ਼ ਹੈ, ਸਮਝ ਲੈਣਾ ਚਾਹੀਦਾ ਹੈ। ਤੇ ਮੈਂ ਇਹਨੂੰ ਕਹਿੰਦਾ ਧਰਮ ਯੁੱਧ। ਜਿਹੜਾ ਇਹਦੇ 'ਚ ਜਿੰਨਾ ਹਿੱਸਾ ਪਾ ਦੇਗਾ ਓਨਾ ਪੁੰਨ ਕਮਾ ਜਾਏਗਾ। ਇਸ ਕਰਕੇ ਕਮਾ ਜਾਏਗਾ। ਮੈਂ ਇਸ ਕਰਕੇ ਕਹਿ ਰਿਹਾ ਵਾਂ ਕਿ ਵੀ ਬਾਕੀ ਜਿਹੜਾ ਧਰਮ ਕੀ ਹੁੰਦਾ ਹੈ, ਜੇ ਇਸ ਧਰਮ ਯੁੱਧ ਦੇ ਵਿੱਚ, ਜੇ ਇਸ ਲੜਾਈ ਦੇ ਵਿੱਚ ਤੁਹਾਡਾ ਹਿੱਸਾ ਪਾਉਣ ਨਾਲ, ਕਿਸੇ ਦਾ ਵੀ ਹਿੱਸਾ ਪਾਉਣ ਨਾਲ ਜੇ ਇਹ ਲੜਾਈ ਜਿੱਤੀ ਜਾਂਦੀ ਹੈ ਤੇ ਕਰੋੜਾਂ ਲੋਕ ਭੁੱਖਮਰੀ ਤੋਂ ਬਚਦੇ ਨੇ, ਇਦੋਂ ਵੱਡਾ ਪੁੰਨ ਕੀ ਹੋ ਸਕਦਾ? ਇਦੋਂ ਵੱਡਾ ਧਰਮ ਦਾ ਕੰਮ ਕਿਹੜਾ ਹੋ ਸਕਦਾ ਹੋਰ? ਵਾਹ। ਅੱਛਾ ਸਰ, ਇੱਕ ਹੋਰ ਸਵਾਲ, ਲਾਸਟ ਸਵਾਲ ਐਕਚੁਅਲੀ, ਕਿ ਅਗਰ ਸਰਕਾਰ ਸਾਡੀ ਗੱਲ ਨਹੀਂ ਮੰਨਦੀ ਔਰ ਇਹ ਅੰਦੋਲਨ ਲੰਬਾ ਖਿੱਚਦਾ ਹੈ, ਜਿਵੇਂ ਹੁਣ ਤੁਸੀਂ ਵੀ ਕਿਹਾ ਕਿ ਹਰ ਤਬਕਾ ਸਾਡੇ ਨਾਲ ਜੁੜਦਾ ਜਾ ਰਿਹਾ ਹੈ, ਤੁਹਾਨੂੰ ਕੀ ਲੱਗਦਾ ਕਿ ਸਰਕਾਰ ਦੇ ਉੱਪਰ ਕਿੰਨਾ ਪ੍ਰੈਸ਼ਰ ਹੈ, ਸਰਕਾਰ ਦੀ ਛਵੀ ਤੇ ਕੀ ਅਸਰ ਪਏਗਾ ਇਸ ਅਗਰ ਇਹ ਬਹੁਤ ਲੰਬਾ ਖਿੱਚਿਆ ਤਾਂ? ਦੇਖੋ, ਅੱਜ ਤੱਕ ਦਾ ਜਿਹੜਾ ਅੰਦੋਲਨ ਦਾ ਨਿਚੋੜ ਅਸੀਂ ਕੱਢ ਰਹੇ ਹਾਂ, ਮੇਰੀ ਆਪਣੀ ਵਰਡਿੰਗ ਹੈ, ਬਾਕੀ ਤਾਂ ਮੈਨੂੰ ਨਹੀਂ ਪਤਾ ਕਿਹੜਾ ਕੀ ਨਿਚੋੜ ਕੱਢਦਾ ਹੈ, ਪਰ ਜਿਹੜਾ ਅਸੀਂ ਨਿਚੋੜ ਕੱਢ ਰਹੇ ਹਾਂ ਵੀ
ਜਦੋਂ ਤੱਕ ਸਰਕਾਰ ਦੇ ਨੱਕ ਤੋਂ ਉੱਤੇ ਪਾਣੀ ਨਹੀਂ ਲੰਘਦਾ, ਵੀ ਉਹਨਾਂ ਨੂੰ ਇਹ ਲੱਗੇ ਵੀ ਹੁਣ ਤਾਂ ਤੁਸੀਂ ਡੁੱਬੋਗੇ ਹੀ, ਫਿਰ ਮੰਨਣਗੇ, ਵਰਨਾ ਮੰਨਣਗੇ ਨਹੀਂ। ਅੱਛਾ ਜੀ। ਵਰਨਾ ਬਿਲਕੁਲ ਨਹੀਂ ਮੰਨਣਗੇ। ਪਤਾ ਕਿਉਂ? ਕਿਉਂਕਿ ਇਹ ਜਿਹੜੀ ਗੱਲ ਸਾਹਮਣੇ ਆ ਰਹੀ ਹੈ, ਇਹ ਲੋਕਤੰਤਰ ਨਹੀਂ ਰਿਹਾ। ਬਿਲਕੁਲ ਇਹ ਲੋਕਤੰਤਰ ਨਹੀਂ ਰਿਹਾ। ਲੋਕਤੰਤਰ ਹੁੰਦਾ ਹੈ ਲੋਕਾਂ ਦਾ ਰਾਜ, ਲੋਕਾਂ ਦੁਆਰਾ, ਲੋਕਾਂ ਵਾਸਤੇ। ਇਹ ਹੋ ਗਿਆ ਹੈ ਪੂੰਜੀਪਤੀਆਂ ਦਾ ਰਾਜ, ਪੂੰਜੀਪਤੀਆਂ ਦੁਆਰਾ, ਪੂੰਜੀਪਤੀਆਂ ਵਾਸਤੇ। ਜੀ। ਤੇ ਇਹ ષਡਯੰਤਰ ਜਿਹੜਾ ਹੈ ਉਹ ਇਹ ਹੈ ਕਿ ਪੂੰਜੀਪਤੀਆਂ ਨੇ ਇੰਪੋਇੰਟ ਕੀਤਾ ਹੋਇਆ ਮੋਦੀ ਨੂੰ। ਜੀ। ਠੀਕ ਹੈ, ਮੋਦੀ ਬੀਜੇਪੀ ਦਾ ਵੀ ਨਹੀਂ ਹੈ, ਮੋਦੀ ਦੇਸ਼ ਦਾ ਵੀ ਨਹੀਂ ਹੈ। ਜੀ। ਠੀਕ ਹੈ, ਜਾਂ ਬੀਜੇਪੀ ਦਾ ਤਾਂ ਕਹਿ ਲਓ ਕਿ ਬੀਜੇਪੀ ਦਾ ਰਾਜ ਆ ਰਿਹਾ, ਚਲੋ ਵੱਖਰੀ ਗੱਲ ਹੈ, ਪਰ ਮੋਦੀ ਨੂੰ ਇੰਪੋਇੰਟ ਕੀਤਾ ਹੋਇਆ ਹੈ ਕਾਰਪੋਰੇਟ ਨੇ। ਜੀ। ਜੇ ਤੁਸੀਂ ਦੇਖੋ, ਜਦੋਂ ਮੋਦੀ ਪ੍ਰਧਾਨ ਮੰਤਰੀ ਬਣਿਆ ਹੈ, ਇਦੋਂ ਜ਼ਿਆਦਾ ਸੀਨੀਅਰ ਬੰਦੇ ਸੀ ਬੀਜੇਪੀ ਦੇ ਵਿੱਚ, ਅੱਜ ਕਿੱਥੇ ਨੇ? ਜੇ ਬੀਜੇਪੀ ਦੇ ਆਪਣੇ ਬੰਦਿਆਂ ਨੂੰ ਵੇਖੋ, ਪਾਰਟੀ ਵੇਖੋ, ਅੱਜ ਬੀਜੇਪੀ ਦੇ ਸੀਨੀਅਰ ਬੰਦੇ ਕਿੱਥੇ ਨੇ? ਇਹਨੂੰ ਇੰਪੋਇੰਟ ਕੀਤਾ ਹੋਇਆ ਇਹ ਏਜੰਟ ਹੈ ਕਾਰਪੋਰੇਟ ਦਾ, ਤੇ ਜਿਹੜਾ ਕਾਰਪੋਰੇਟ ਦਾ ਏਜੰਟ ਹੈ ਉਹ ਬਿਨਾਂ ਉਹਨਾਂ ਤੋਂ ਕੁਝ ਨਹੀਂ ਕਰ ਸਕਦਾ, ਉਹਨਾਂ ਨੂੰ ਨਾਰਾਜ਼ ਕਿਸੇ ਹਾਲਤ 'ਚ ਨਹੀਂ ਕਰ ਸਕਦਾ। ਇਹ ਉਦੋਂ ਨਾਰਾਜ਼ ਕਰੇਗਾ ਜਦੋਂ ਨਾਲ ਲੱਗਿਆ ਹੁਣ ਤੂੰ ਗਿਆ, ਹੁਣ ਸਰਕਾਰ ਟੁੱਟੇਗੀ, ਬਚਦਾ ਨਹੀਂ, ਮਜਬੂਰੀ ਕੋਈ ਇਸ ਤਰ੍ਹਾਂ ਦੀ ਬਣ ਜੇ, ਇੰਨਾ ਅਸੀਂ ਦਬਾਅ ਪਾ ਦਈਏ ਬਈ ਇਹੋ ਜਿਹੇ ਹਾਲਾਤ ਪੈਦਾ ਹੋ ਜਾਣ ਵੀ ਹੁਣ ਇਹਦੇ ਕੋਲ ਭੱਜਣ ਦਾ ਕੋਈ ਰਸਤਾ ਨਹੀਂ ਰਿਹਾ, ਜਾਂ ਸਰਕਾਰ ਜਾਏਗੀ ਇਹ ਗੱਲ ਮੰਨੇਗਾ ਤਾਂ ਮੰਨੇਗਾ, ਵਰਨਾ ਮੰਨੇਗਾ ਨਹੀਂ। ਰਾਈਟ। ਤੇ ਸਰ ਫਿਰ ਮਤਲਬ ਇੱਕ ਆਖਰੀ ਸਵਾਲ ਇਹ ਹੈ ਕਿ ਹੁਣ ਨੈਕਸਟ ਕੋਰਸ ਆਫ ਐਕਸ਼ਨ ਕੀ ਹੈ ਕਿਸਾਨ ਜਥੇਬੰਦੀਆਂ ਦਾ? ਨਹੀਂ ਪਤਾ, ਉਸ ਮਾਲਕ ਨੂੰ ਪਤਾ। ਸਾਡੀ ਤੇ 26 ਦੀ ਤਿਆਰੀ ਹੈ, ਹੁਣ 26 ਨੂੰ ਕੀ ਹੋਏਗਾ, ਕੀ ਕਰ ਸਕਾਂਗੇ, ਨਹੀਂ ਪਤਾ। ਤੇ ਸਰ 26 ਦੀ ਪੂਰੀ ਤਿਆਰੀ ਆਪਣੇ? ਸਾਡੇ ਵੱਲੋਂ ਤਾਂ ਪੂਰੀ ਹੈ, ਬਾਕੀ ਉਸ ਮਾਲਕ ਨੂੰ ਪਤਾ ਹੈ ਜੀ ਕੀ ਹੋਣਾ ਹੈ ਕੀ ਨਹੀਂ ਹੋਣਾ। ਬੰਦੇ ਦੀ ਤਾਂ ਪਲਾਨਿੰਗ ਹੁੰਦੀ ਹੈ, ਤੇ ਬੰਦੇ ਦੀ ਪਲਾਨਿੰਗ ਕੋਈ ਸਾਰੀ, ਕਈ ਵਾਰੀ ਪਲਾਨਿੰਗ ਆਪਾਂ ਚੰਗੇ ਵਾਸਤੇ ਕਰਦੇ ਹਾਂ, ਮਾੜਾ ਵੀ ਹੁੰਦਾ, ਕਈ ਵਾਰੀ ਕੁਦਰਤੀ ਬੰਦਾ ਠੀਕ ਕਰਾ ਦਿੰਦਾ ਉੱਪਰ ਵਾਲਾ। ਰਾਈਟ। ਸੋ ਜਿਵੇਂ ਸਰਦਾਰ ਸਾਹਿਬ ਨੇ ਕਿਹਾ ਕਿ ਹੁਣੇ ਡੈਮੋਕ੍ਰੇਸੀ ਬਚੀ ਨਹੀਂ ਹੈ, ਦਿਸ ਇਜ਼ ਨਾਟ ਅ ਡੈਮੋਕ੍ਰੇਸੀ ਐਨੀਮੋਰ, ਦਿਸ ਹੈਜ਼ ਬਿਕਮ ਡੈਮੋਨਕ੍ਰੇਸੀ ਔਰ ਵੀ ਕੈਨ ਸੇ ਕਾਰਪੋਰੇਟ ਕ੍ਰੇਸੀ। ਸੋ ਹੋਰ ਵੀਡੀਓਜ਼ ਨਾਲ ਤੁਹਾਡੇ ਨਾਲ ਜੁੜਦੇ ਰਵਾਂਗੇ, ਹੋਰ ਸਵਾਲ ਤੁਸੀਂ ਪੁੱਛਦੇ ਰਹੋ ਕਮੈਂਟ ਬਾਕਸ ਵਿੱਚ, ਕੋਸ਼ਿਸ਼ ਕਰਾਂਗੇ ਉਹਨਾਂ ਦੇ ਜਵਾਬ ਲੱਭਣ ਦੀ। ਉਦੋਂ ਤੱਕ ਦਿਸ ਵਾਜ਼ ਰੀਤ ਕੌਰ ਫਰਮ ਟਵਿਸਟਡ ਵਾਇਰ। ਟਾੜਾ।